हेलो एवरीवन वेलकम बैक टू सुक्षम मैम की क्लासेस। ਅੱਜ ਦੇ ਇਹ ਵੀਡੀਓ ਮੈਂ ਆਪਣੇ ਕਲਾਸ 8th ਦੇ ਸਟੂਡੈਂਟਸ ਲਈ ਅਪਲੋਡ ਕਰ ਰਹੀ ਹਾਂ। ਇਹ ਇੰਗਲਿਸ਼ ਦੀ ਬੁਕਲੈਟ ਹੈ ਨੈਸ਼ਨਲ ਰਿਲੇਟਡ ਜੋ ਤੁਹਾਡੇ ਐਜੂਕੇਅਰ ਐਪ ਦੇ ਉੱਪਰ ਅਪਲੋਡ ਕੀਤੀ ਗਈ ਹੈ ਪੰਜਾਬ ਸਰਕਾਰ ਦੁਆਰਾ। ਇਹ ਤੁਹਾਡੀ ਪ੍ਰੈਕਟਿਸ ਲਈ ਹੈ। ਮੈਂ ਕੀ ਕਰਾਂਗੀ ਅੱਜ ਮੈਂ ਈਚ ਐਂਡ ਐਵਰੀ ਪੈਸੇਜ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਦੇ ਹੋਏ ਵਰਡ ਟੂ ਵਰਡ ਮੀਨਿੰਗ ਦੱਸਦੇ ਹੋਏ ਤੁਹਾਨੂੰ ਇਹਨੂੰ ਸੋਲਵ ਕਰਾਵਾਂਗੀ। ਰੀਜ਼ਨ ਇਹ ਹੈ ਕਿ ਸਿਰਫ ਆਨਸਰ ਪਤਾ ਹੋਣ ਨਾਲ ਤੁਸੀਂ ਆਪਣੇ ਨੈਚ ਦੀ ਤਿਆਰੀ ਨਹੀਂ ਕਰ ਪਾਓਗੇ ਬਿਕੋਜ਼ ਜਦੋਂ ਪੇਪਰ ਦੇਣ ਤੁਸੀਂ ਬਹਿਣਾ ਹੈ ਤੁਹਾਨੂੰ ਖੁਦ ਉੱਥੇ ਉਹ ਪੈਸੇਜ ਸਮਝਣਾ ਪਏਗਾ ਐਂਡ ਆਫਟਰ ਦੈਟ ਓਨਲੀ ਤੁਸੀਂ ਉਹਨੂੰ ਆਨਸਰ ਕਰ ਪਾਓਗੇ। ਸੋ ਆਈ ਨੋ ਇਹਦੇ ਵਿੱਚ ਕਾਫੀ ਟਾਈਮ ਲੱਗੇਗਾ ਮੈਨੂੰ ਕਾਫੀ ਬੋਲਣਾ ਪਏਗਾ ਬਟ ਆਈ ਵਿਲ ਡੂ ਇਟ ਫॉर ਯੂ। ਮੈਂ ਤੁਹਾਡੇ ਲਈ ਕਰਾਂਗੀ ਬਿਕੋਜ਼ ਆਈ ਨੋ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਨੈਸ ਲਈ, ਤੁਸੀਂ ਆਪਣਾ ਰਿਜ਼ਲਟ 100% ਲਿਆਣਾ ਚਾਹੁੰਦੇ ਹੋ ਇਸ ਵਾਰ। ਸੋ मी सुक्षम इज गोना हेल्प यू आउट। मैं पूरी हेल्प करांगी ताकि तुसी अपना 100% मार्क्स इस साल ऑब्टेन कर सको। With this, let's start with our first passage. Read the following passage and answers the questions that follows. ਹੁਣ passage ਨੂੰ ਧਿਆਨ ਨਾਲ ਪੜੋ ਤੇ ਉਸ ਤੋਂ ਬਾਅਦ ਲਿਖੇ ਹੋਏ ਕੁਐਸਚਨਸ ਨੂੰ ਤੁਸੀਂ ਆਨਸਰ ਕਰਨਾ ਹੈ। ਮੇਰੇ 올ਡ ਸਬਸਕ੍ਰਾਈਬਰ ਜੋ ਮੇਰੀ ਵੀਡੀਓਜ਼ ਵੇਖ ਰਹੇ ਨੇ ਉਹਨਾਂ ਨੂੰ ਅੱਛੀ ਤਰ੍ਹਾਂ ਪਤਾ ਹੈ ਕਿ ਪਹਿਲੇ ਅਸੀਂ ਕੀ ਰੀਡ ਕਰਨੇ ਨੇ, ਅਸੀਂ ਪਹਿਲੇ ਕੁਐਸਚਨਸ ਰੀਡ ਕਰਨੇ ਨੇ ਸੋ ਦੈਟ ਪੈਸੇਜ ਰੀਡ ਕਰਦੇ ਕਰਦੇ ਸਾਨੂੰ ਆਨਸਰਸ ਮਿਲ ਜਾਣ। ਸੋ ਲੈਟਸ ਸਟਾਰਟ। ਕੁਐਸਚਨ ਨੰਬਰ 1 ਦ ਬਾਰਕ ਆਫ ਨੀਮ ਟਰੀ ਇਜ਼। ਹੁਣ ਨੀਮ ਟਰੀ ਦੀ ਜਿਹੜੀ ਸਕਿਨ ਹੁੰਦੀ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ, ਆਪਸ਼ਨਸ ਥੱਲੇ ਨੇ। ਕੁਐਸਚਨ ਨੰਬਰ 2 ਨੀਮ ਫਲਾਵਰਸ ਆਰ ਬੈਨੀਫੀਸ਼ੀਅਲ ਇਨ ਟ੍ਰੀਟਿੰਗ। ਹੁਣ ਜੋ ਨੀਮ ਦੇ ਫਲਾਵਰਸ ਹੁੰਦੇ ਨੇ ਉਹਨਾਂ ਦੇ ਫੁੱਲ ਜੋ ਹੁੰਦੇ ਨੇ ਉਹ ਕਿਹਦੀ ਟ੍ਰੀਟਮੈਂਟ ਵਿੱਚ ਬੈਨੀਫੀਸ਼ੀਅਲ ਰਹਿੰਦੇ ਨੇ, ਲਾਭਦਾਇਕ ਰਹਿੰਦੇ ਨੇ। ਕੁਐਸਚਨ ਨੰਬਰ 3 dried leaves are put in cupboards to। ਹੁਣ dried leaves ਮਤਲਬ ਸੁੱਕੇ ਹੋਏ ਪੱਤਿਆਂ ਨੂੰ ਨੀਮ ਦੇ ਇੱਕ ਕਬਰਡ 'ਚ ਰੱਖ ਦਿੱਤਾ ਜਾਂਦਾ ਹੈ, ਕਿਉਂ? ਤੁਹਾਨੂੰ ਰੀਜ਼ਨ ਪੁੱਛ ਰਹੇ ਨੇ ਉਹ। ਆਪਸ਼ਨ ਥੱਲੇ ਤੁਹਾਡੇ ਕੋਲ 4 ਇੱਕ ਤੋਂ ਆਨਸਰ ਦੇਣਾ ਹੈ। Fourth is some people tie the leaves of neem at the entrance of their houses। ਹੁਣ ਪੁੱਛ ਰਹੇ ਨੇ ਕਿ ਕੁਝ ਲੋਕੀ ਹੁੰਦੇ ਨੇ ਜੋ ਨੀਮ ਦੇ ਪੱਤਿਆਂ ਨੂੰ ਆਪਣੇ ਘਰ ਦੇ ਐਂਟਰੈਂਸ ਗੇਟ ਦੇ ਉੱਪਰ ਟੰਗ ਦਿੰਦੇ ਨੇ, ਉਹ ਰੀਜ਼ਨ ਪੁੱਛ ਰਹੇ ਨੇ ਕਿ ਕਿਉਂ ਹੈ। ਐਂਡ ਫਿਫਥ ਇਜ਼ ਕਿ ਨੀਮ ਇਜ਼ ਕਾਲਡ ਅ ਵੰਡਰ ਟਰੀ ਬਿਕੋਜ਼। ਹੁਣ ਨੀਮ ਨੂੰ ਇੱਕ ਵੰਡਰ ਟਰੀ ਕਿਉਂ ਕਿਹਾ ਜਾਂਦਾ ਹੈ? ਆਨਸਰ ਚਾਰਾਂ ਵਿੱਚੋਂ ਕੋਈ ਇੱਕ ਹੈ। ਵਿਦ ਦਿਸ ਲੈਟਸ ਸਟਾਰਟ ਰੀਡਿੰਗ ਆਰ ਪੈਸੇਜ। ਇਹਨੂੰ ਚੰਗੀ ਤਰ੍ਹਾਂ ਸਮਝਾਂਗੇ so that we can answer it ourselves. Neem is a tall evergreen tree with the small bright green leaves। ਹੁਣ ਨੀਮ ਜੋ ਤੇਰਾ ਟਰੀ ਹੈ ਤੁਹਾਨੂੰ ਮੈਂ ਵਿਖਾਣੀ ਹੈ, ਇਹ ਤੁਹਾਡਾ ਨੀਮ ਦਾ ਪੇੜ ਹੈ। ਉਹ ਕਹਿ ਰਿਹਾ ਕਿ ਇਹ ਐਵਰਗ੍ਰੀਨ ਪੇੜ ਹੈ। ਐਵਰਗ੍ਰੀਨ ਤੋਂ ਭਾਵ ਹੈ ਬੱਚਿਓ ਕਿ ਜੋ ਸਾਰਾ ਸਾਲ ਹਰਾ ਰਹਿੰਦਾ ਹੈ। ਪਤਝੜ ਚ ਆਟਮ ਚ ਵੀ ਇਹਦੇ ਇਹ ਕਦੀ ਤੁਹਾਨੂੰ ਖਾਲੀ ਨਹੀਂ ਨਜ਼ਰ ਆਏਗਾ। ਇਟ ਵਿਲ ਰਿਮੇਨ ਐਵਰਗ੍ਰੀਨ ਥਰੂ ਆਊਟ ਦ ਈਅਰ। ਠੀਕ ਹੈ। ਤੇ ਸਮਾਲ ਬ੍ਰਾਈਟ ਲੀਵਸ ਤੇ ਜਿਹੜੇ ਪੱਤੇ ਹੁੰਦੇ ਨੇ ਛੋਟੇ ਛੋਟੇ ਬ੍ਰਾਈਟ ਹੁੰਦੇ ਨੇ, ਜੋ ਤੁਸੀਂ ਵੇਖ ਸਕਦੇ ਹੋ ਕਿੰਨਾ ਕਲਰਫੁਲ ਕਿੰਨਾ ਬ੍ਰਾਈਟ ਟਰੀ ਤੁਹਾਨੂੰ ਨਜ਼ਰ ਆ ਰਿਹਾ ਇਸ ਫੋਟੋ ਵਿੱਚ। ਇਟ ਹੈਜ਼ ਅ ਸਟ੍ਰੇਟ ਟਰੰਕ। ਇਹਦੀ ਟਰੰਕ ਹੁੰਦਾ ਇਹਨੂੰ ਟਰੰਕ ਕਹਿੰਦੇ ਨੇ। ਟਰੰਕ ਬਿਲਕੁਲ ਸਿੱਧੀ ਹੈ, ਦੇਖੋ ਇਹਦੀ ਕੋਈ ਟੇਢੀ ਮੇਢੀ ਨਹੀਂ ਹੈ, ਬਿਲਕੁਲ ਸਟ੍ਰੇਟ ਜਾ ਰਹੀ ਹੈ। ਨੈਕਸਟ ਇਟਸ ਬਾਰਕ ਇਜ਼ ਹਾਰਡ ਰਫ ਐਂਡ ਸਕੈਲੀ। ਬਾਰਕ ਹੁੰਦੀ ਹੈ ਸਕਿਨ, ਜੋ ਤੁਹਾਡੇ ਇੱਥੇ ਬਾਰਕ ਹੈ ਜੋ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਇਹ ਬੜੀ ਹੀ ਖੁਰਦਰੀ ਜੀ ਹੈ, ਦੇਖੋ ਖੁਰਦਰੀ ਹੈ। ਹੋਰ ਕੀ ਵਰਡ ਲਿਖਿਆ ਉਹਨਾਂ ਨੇ? ਰਫ ਹੈ ਤੇ ਸਕੇਲੀ ਹੈ। ਠੀਕ ਹੈ, ਰਫ ਵੀ ਹੈ, ਖੁਰਦਰੀ ਹੈ ਤੇ ਸਕੇਲੀ ਹੈ, ਰਾਈਟ। ਨੈਕਸਟ ਇਟ ਬਲੌਸਮਸ ਇਨ ਸਪ੍ਰਿੰਗਸ ਵਿਦ ਸਮਾਲ ਵਾਈਟ ਫਲਾਵਰਸ। ਹੁਣ ਜੋ ਨੀਮ ਦਾ ਪੌਦਾ ਹੁੰਦਾ ਹੈ ਸਪ੍ਰਿੰਗ ਵਿੱਚ ਉਹਦੇ ਉੱਪਰ ਛੋਟੇ ਛੋਟੇ ਵਾਈਟ ਕਲਰਸ ਦੇ ਫਲਾਵਰ ਆ ਜਾਂਦੇ ਨੇ ਜੋ ਇਸ ਤਰ੍ਹਾਂ ਲੱਗਦੇ ਨੇ। ਇਹ ਦੇਖੋ ਸਮਾਲ ਵਾਈਟ ਫਲਾਵਰਸ ਤੇ ਨੀਮ ਦੇ ਪੱਤੇ ਵੀ ਵੇਖ ਲਓ ਛੋਟੇ ਛੋਟੇ ਨੇ। ਠੀਕ ਹੈ। ਨੈਕਸਟ the tree is never bare as all its leaves do not fall at the same time। ਹੁਣ ਇਹਦੀ ਸਪੈਸ਼ਲਿਟੀ ਕੀ ਹੈ? ਇਹ ਐਵਰਗ੍ਰੀਨ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਕਦੀ ਵੀ ਤੁਹਾਨੂੰ ਖਾਲੀ ਨਜ਼ਰ ਨਹੀਂ ਆਏਗਾ। ਰੀਜ਼ਨ ਬੀਇੰਗ ਇਹਦੇ ਜਿਹੜੇ ਪੱਤੇ ਹੁੰਦੇ ਨੇ ਉਹ ਇਕੱਠੇ ਨਹੀਂ ਦਿਖਦੇ ਨੇ। ਇਟ ਇਜ਼ ਫਾਊਂਡ ਥਰੂ ਆਊਟ ਦ ਇੰਡੀਆ। ਇਹ ਪੂਰੇ ਇੰਡੀਆ ਵਿੱਚ ਤੁਹਾਨੂੰ ਮਿਲਦਾ ਹੈ ਨੀਮ ਦਾ ਪੌਦਾ। ਦ ਸੰਸਕ੍ਰਿਤ ਨੇਮ ਆਫ ਨੀਮ ਇਜ਼ ਅਰਿਸ਼ਠਾ। ਅਰਿਸ਼ਠਾ ਉਹਦਾ ਸੰਸਕ੍ਰਿਤ ਚ ਮੀਨਿੰਗ ਹੈ, ਨੇਮ ਹੈ, which means the reliever of sickness ਕਿ ਬਿਮਾਰੀ ਤੋਂ ਬਚਾਉਣ ਵਾਲਾ। reliever ਰਿਲੀਵ ਕਰਨ ਵਾਲਾ ਕੌਣ ਹੈ? ਉਹ ਨੀਮ ਹੈ ਤੇ ਸੰਸਕ੍ਰਿਤ ਦਾ ਵਰਡ ਹੈ ਅਰਿਸ਼ਠਾ ਜਿਹਦਾ ਮੀਨਿੰਗ ਹੈ reliever of sickness। it is popularly known as the miracle tree। ਇਹਨੂੰ miracle tree ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਤੋਂ ਕਾਫੀ ਚੀਜ਼ਾਂ ਦਾ ਉਪਚਾਰ ਹੁੰਦਾ ਹੈ, ਕਾਫੀ ਡਿਸੀਜ਼ਸ ਦਾ
क्योर इतो मिलता है। ईच पार्ट ऑफ नीम ट्री इज यूज्ड इन मेडिसिन्स। हुण नीम दा हर एक पार्ट जो भी उच्च हैगा, चाहे वो ट्रंक है, चाहे उन्हें शाखाएं हैं, चाहे उन्होंने लीव्स ने, चाहे उन्होंने फ्लावर्स ने, उत्तो कोई ना कोई मेडिसिन बन रही है। ठीक है, हुण एक पैराग्राफ से समझिए, लेट्स सी साडे किहड़े आंसर्स तो निकलते पे ने। द बाक ऑफ नीम ट्री इज, हुण नीम ट्री दी बाक किहो जी हुंदी है, दसो। ऑप्शन सेकंड कोर्स एंड स्केली, मतलब कि जो ऊपर जो वर्ड लिखे हुए हैं ना दो, हार्ड एंड रफ, इन तुसी कोर्स भी कह सकते हो। ठीक है, इसलिए ऑप्शन सेकंड। नीम फ्लावर्स एंड बेनिफिशियल इन ट्रीटिंग, ऐसा ਅਸੀਂ रीड नहीं किया अजे, ए भी रीड नहीं किया, ए भी अजे रीड नहीं किया। हाँ, नीम इज कॉल्ड अ वंडर ट्री बिकॉज, हुन वंडर ट्री क्यों क्या जाता है, दसो। ईच पार्ट ऑफ ट्री इज यूजफुल, इस ट्री का हर एक पार्ट यूजफुल है। लेट्स कंटिन्यू विद आवर रीडिंग। Neem oil, called Margosa oil, is extracted from its seeds and is effective in the treatment of leprosy and skin diseases. ਹੁਣ नीम ऑयल ਜਿਹਨੂੰ ਅਸੀਂ ਕੀ ਕਹਿੰਦੇ ਨੇ, ਮਾਰਗੋਸਾ ਆਇਲ ਵੀ ਕਹਿੰਦੇ ਆ, ਕਿੱਥੋਂ ਨਿਕਲਦਾ, ਐਕਸਟ੍ਰੈਕਟ ਹੁੰਦਾ, ਮਤਲਬ ਕਿ ਕੱਢਿਆ ਜਾਂਦਾ ਹੈ, ਨੀਮ ਦੇ ਸੀਡਸ ਤੋਂ ਕੱਢਿਆ ਜਾਂਦਾ ਹੈ, ਤੇ ਕਿਹਦੀ ਟ੍ਰੀਟਮੈਂਟ 'ਚ ਕੰਮ ਆਉਂਦਾ। ਇੱਕ ਹੋ ਗਿਆ ਸਕਿਨ ਡਿਸੀਜ਼ਸ, ਕੋਈ ਵੀ ਸਕਿਨ ਦੇ ਰਿਲੇਟਡ ਚਮੜੀ ਰੋਗ ਲਈ, ਇੱਕ ਹੋ ਗਿਆ ਲੈਪਰੋਸੀ। ठीक है, next, its leaves are used in the treatment of chicken pox। ਇਹਨਾਂ ਦੇ ਲੀਵਸ ਕਿਸ ਲਈ ਯੂਜ਼ ਕੀਤੇ ਜਾਂਦੇ ਨੇ, ਤੁਹਾਨੂੰ ਜੋ ਚੇਚਕ ਹੁੰਦੇ ਨੇ, ਚਿਕਨ ਪੌਕਸ ਹੁੰਦਾ ਹੈ, ਤਾਂ ਦੇ ਟ੍ਰੀਟਮੈਂਟ ਲਈ ਇਹਨਾਂ ਦੇ ਪੱਤਿਆਂ ਨੂੰ ਯੂਜ਼ ਕਰ ਸਕਦੇ ਹੋ ਤੁਸੀਂ। ਨੀਮ ਟੀ ਇਜ਼ ਯੂਜੂਅਲੀ ਟੇਕਨ ਟੂ ਰਿਲੀਵ ਹੈਡੇਕ ਐਂਡ ਫੀਵਰ। ਜੋ ਤੁਹਾਨੂੰ ਸਿਰ ਦਰਦ ਹੋਵੇ, ਬੁਖਾਰ ਹੋਵੇ, ਤੁਸੀਂ ਨੀਮ ਦੀ ਚਾਹ ਵੀ ਪੀ ਸਕਦੇ ਹੋ, ਤੁਹਾਨੂੰ ਉਹਦਾ ਕਾਫੀ ਫਾਇਦਾ ਹੋਏਗਾ। Its flowers are used to cure intestinal problems। ਤੁਹਾਡੇ ਜਿਹੜੇ ਇੰਟੈਸਟਾਈਨਸ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ, ਸਮਾਲ ਇੰਟੈਸਟਾਈਨ, ਲਾਰਜ ਇੰਟੈਸਟਾਈਨ ਦੇ ਵਿੱਚ ਕੋਈ ਵੀ ਪ੍ਰੋਬਲਮ ਆਂਦੀ ਹੈ, ਇਹਨਾਂ ਦੇ ਨੀਮ ਦੇ ਫਲਾਵਰਸ ਕਾਫੀ ਹੈਲਪਫੁਲ ਰਹਿੰਦੇ ਨੇ ਉਹਨੂੰ ਕਿਉਰ ਕਰਨ ਲਈ। ਨੀਮ bark and gums also yield valuable medicine। ਸੇਮ ਗੋਸ, ਨੀਮ ਦੀ bark ਤੇ gums ਸਾਡੇ ਲਈ ਬਹੁਤ ਵੈਲਿਊਏਬਲ ਮੈਡੀਸਨਸ ਬਣਾਉਂਦੇ ਨੇ। People in India use neem twigs to brush their teeth। नीम twigs की ने बच्चों, दातुन सुनिया, दातुन बुढ़े बंदे काफी हुंदे ने जो दातुन करते हैं, ਅਸੀਂ ब्रश करते हैं टूथब्रश नाल, टूथपेस्ट नाल यूज करके, बट देयर आर मैनी जो पार्क च सैर करते हुए दातुन नाल ब्रश कर रहे हुंदे ने, तो नीम दे ही हुंदे ने। ठीक है, they are used to brush their teeth। ਅਸੀਂ ਉਹ ਉਹਨਾਂ ਨੂੰ ਯੂਜ਼ ਕਰ ਰਹੇ ਨੇ ਆਪਣੇ ਦੰਦਾਂ ਨੂੰ ਬ੍ਰਸ਼ ਕਰਨ ਲਈ, ਬਿਲਕੁਲ ਨੈਚੁਰਲ ਵੇ ਨਾਲ। Dried leaves are kept in drawers and cupboards to keep out moths and cockroaches। ਹੁਣ ਜੋ ਤੁਸੀਂ ਆਪਣੇ ਸਰਦੀਆਂ ਦੇ ਕੱਪੜੇ ਸੰਭਾਲਦੇ ਹੋ ਜਦੋਂ ਗਰਮੀਆਂ ਆ ਜਾਣ, ਜਾਂ ਗਰਮੀਆਂ ਦੇ ਕੱਪੜੇ ਸੰਭਾਲਦੇ ਹੋ ਜੋ ਸਰਦੀਆਂ ਆ ਜਾਣ, ਤੁਸੀਂ ਇਹਨਾਂ ਦੇ ਲੀਵਸ ਨੂੰ ਉਹਨਾਂ ਵਿੱਚ ਰੱਖ ਸਕਦੇ ਹੋ। ਉਹਦੇ ਨਾਲ ਕੀ ਹੋਏਗਾ, ਉਹਦੇ ਵਿੱਚ ਕੋਈ ਕੀੜੇ ਮਕੌੜੇ, ਕਾਕਰੋਚ ਨਹੀਂ ਆਣਗੇ ਤੁਹਾਡੇ ਕੱਪੜਿਆਂ ਵਿੱਚ। ਠੀਕ ਹੈ। Neem is widely used as a fertilizers for sugarcane and vegetables। ਨੀਮ ਨੂੰ ਐਜ਼ ਅ ਫਰਟੀਲਾਈਜ਼ਰ ਵੀ ਆਪਾਂ ਯੂਜ਼ ਕਰ ਸਕਦੇ ਹਾਂ ਆਪਣੀ ਫਸਲਾਂ ਵਿੱਚ ਪਾਉਣ ਲਈ, ਜੋ ਕਿ ਸ਼ੂਗਰਕੇਨ ਤੇ ਵੈਜੀਟੇਬਲਸ ਦੀ ਹੁੰਦੀਆਂ ਨੇ। ਤੁਸੀਂ ਆ ਜਿਹੜੀ ਨੀਮ, ਡਰਾਈਡ ਨੀਮਸ ਵਾਲਾ ਜੋ ਟੋਟਕਾ ਹੈ, ਤੁਸੀਂ ਆਪਣੀ ਮਦਰ ਨਾਲ ਸ਼ੇਅਰ ਕਰ ਸਕਦੇ ਹੋ ਕਿ ਮੰਮੀ ਕਿਉਂ ਨਾ ਅਸੀਂ ਕੱਪੜਿਆਂ ਵਿੱਚ ਡਰਾਈਡ ਨੀਮ ਦੇ ਲੀਵਸ ਪਾ ਦਈਏ ਤਾਂ ਕਿ ਇੱਥੇ ਕਾਕਰੋਚ ਤੇ ਕੀੜੇ ਮਕੌੜੇ ਨਾ ਆਉਣ। Right? Useful tip from this passage. Some people consider the neem tree sacred and tie its leaves at the entrance of their houses to keep evil spirits at bay। ਹੁਣ ਉਹ ਕਹਿ ਰਹੇ ਨੇ, ਕੁਝ ਲੋਕ ਇਹਨੂੰ ਇੰਨਾ ਪਵਿੱਤਰ ਮੰਨਦੇ ਨੇ ਕਿ ਉਹ ਆਪਣੇ ਘਰ ਦੇ ਐਂਟਰੈਂਸ ਦੇ ਦਰਵਾਜ਼ਿਆਂ ਦੇ ਉੱਪਰ ਇਹਨੂੰ ਬੰਨ ਦਿੰਦੇ ਨੇ ਤਾਂ ਕਿ ਬੁਰੀ ਆਤਮਾਵਾਂ, ਬੁਰੀ ਸ਼ਕਤੀਆਂ ਉਹਨਾਂ ਦੇ ਘਰ ਤੋਂ ਦੂਰ ਰਹਿਣ। Newly born babies are laid upon the neem leaves for good health and protection from diseases। ਹੁਣ ਕਈ ਲੋਕੇ ਆਪਣੇ ਨਵੇਂ ਜੰਮੇ ਬੱਚਿਆਂ ਨੂੰ ਵੀ ਲੀਵਸ ਦੇ ਪੱਤਿਆਂ ਦੇ ਉੱਪਰ ਲਟਾ ਦਿੰਦੇ ਨੇ ਤਾਂ ਕਿ ਉਹਨਾਂ ਨੂੰ ਚੰਗੀ ਹੈਲਥ ਹੋਵੇ ਤੇ ਉਹਨਾਂ ਦਾ ਡਿਸੀਜ਼ਸ ਤੋਂ ਬਚਾਅ ਹੋ ਸਕੇ। No doubt, ਇਹ 'ਚ ਕੋਈ ਸ਼ੱਕ ਨਹੀਂ ਹੈ, neem is considered to be a wonder tree by people all over the world। ਇਹ 'ਚ ਕੋਈ ਡਾਊਟ ਨਹੀਂ ਹੈ ਕਿ ਲੋਕੀ ਨੀਮ ਨੂੰ ਵੰਡਰ ਟਰੀ ਮੰਨਦੇ ਨੇ all over the world, ਸਾਰੇ ਦੁਨੀਆ ਦੇ ਵਿੱਚ। With this, ਅਸੀਂ ਇਹ ਪੈਰਾਗ੍ਰਾਫ ਚੰਗੀ ਤਰ੍ਹਾਂ ਸਮਝ ਲਿਆ ਹੈ। ਤੁਸੀਂ ਹੁਣ easily remaining answers ਦੇ ਸਕਦੇ ਹੋ। Question number 2, neem flowers and beneficial in treating। ਹੁਣ ਨੀਮ ਦੇ ਫਲਾਵਰਸ ਕਿਹਦੇ ਵਿੱਚ ਸਹਾਇਤਾ ਕਰਦੇ ਨੇ? ਹੁਣ ਉੱਪਰ ਤੁਸੀਂ ਪੜਿਆ ਸੀਗਾ ਕਿ ਇੰਟੈਸਟਾਈਨਲ, ਮਤਲਬ ਕਿ ਤੁਹਾਡੇ ਇੰਟੈਸਟਾਈਨਸ ਕਿੱਥੇ ਹੁੰਦੇ ਨੇ? ਪੇਟ ਵਿੱਚ।
पेट विच केड़ा सिस्टम है, डाइजेस्टिव सिस्टम, ਇਹਦਾ मतलब ऑप्शन 3 थर्ड इज योर आंसर, डाइजेस्टिव प्रॉब्लम्स। देखिया ਤੁਹਾਨੂੰ ਪੈਸੇਜ ਨੂੰ ਚੰਗੀ ਤਰ੍ਹਾਂ ਸਮਝਣ ਦਾ ਕਿੰਨਾ ਬੈਨੀਫਿਟ ਹੋਇਆ। ਜੇ ਤੁਸੀਂ ਇਹ ਸਿੱਧਾ ਮਤਲਬ ਕਿ ਬਿਨਾਂ ਸਮਝੇ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਤੁਹਾਨੂੰ ਆਨਸਰ ਨਹੀਂ ਮਿਲਣਾ ਸੀ, ਬਿਕੋਜ਼ ਤੁਸੀਂ ਉੱਥੇ ਇੰਟੈਸਟਾਈਨਲ ਵੇਖਣਾ ਸੀ। ਤੁਹਾਨੂੰ ਅਗਰ ਨਹੀਂ ਸਮਝ ਆ ਕਿ ਉਹ ਡਾਈਜੈਸਟਿਵ ਸਿਸਟਮ ਨਾਲ ਸਾਡੇ ਕਨੈਕਟ ਕਰਦਾ ਹੈ, ਤੁਹਾਨੂੰ ਆਨਸਰ ਨਹੀਂ ਮਿਲਦਾ। थर्ड, ड्राइड लीव्स आर पुट इन कबर्ड्स टू। हुण ड्राइड लीव्स नू कबर्ड च क्यों रखते हैं, तुहानू मैं दस्सिया, अपने मदर नाल शेयर करो। किस लिए? टू कीप अवे इंसैक्ट्स, कीड़े मकोड़ियां नू बाहर रखन लई। कॉकरोचेस एंड मॉथ्स आर कैटेगरीज ऑफ इंसैक्ट्स ओनली, ठीक है। फोर्थ इज सम पीपल टाई द लीव्स ऑफ नीम एट द एंट्रेंस ऑफ देयर हाउसेस। क्यों बच्चों, क्यों करते हैं? बुरी शक्तियां बुरी आत्मावां नू दूर रखन लई। ऑप्शन 1 इज योर आंसर, to keep off evil spirit। and with this साडा आज दा पहला वाला comprehension solve हो गया। now let's move forward to second is read the story given below and answer the questions that follows। रेखा है, hello I am Rekha, dialogue है, पहले आप dialogues पढ़ लेने हैं, then we'll go and read the questions। hello I am Rekha, मैं रेखा हाँ। do you know what I enjoy doing the most? कि ਤੁਹਾਨੂੰ ਪਤਾ ਹੈ, ਕਿ ਤੈਨੂੰ ਪਤਾ ਹੈ ਕਿ ਮੈਂ ਸਭ ਤੋਂ ਜ਼ਿਆਦਾ ਕੀ ਕਰਨਾ ਇੰਜੋਏ ਕਰਦੀ ਹਾਂ। I like visiting historical places with my family and friends। ਮੈਂ ਇਤਿਹਾਸਿਕ ਜਗ੍ਹਾਵਾਂ ਨੂੰ ਵਿਜ਼ਿਟ ਕਰਨਾ ਬਹੁਤ ਪਸੰਦ ਕਰਦੀ ਹਾਂ with my family and friends, ਆਪਣੇ ਫੈਮਿਲੀ ਦੇ ਸਦੱਸਿਆਂ ਨਾਲ ਤੇ ਦੋਸਤਾਂ ਨਾਲ। Last year during my summer vacations I visited Hyderabad and saw the Charminar and the Golconda Fort। ਲਾਸਟ ਸਮਰ ਵੇਕੇਸ਼ਨ ਵਿੱਚ ਮੈਂ ਕਿੱਥੇ ਗਈ ਸੀ? ਮੈਂ ਹੈਦਰਾਬਾਦ ਗਈ ਸੀ। ਐਂਡ ਆਈ ਸੌ, ਮੈਂ ਵੇਖਿਆ, ਕੀ ਵੇਖਿਆ? ਚਾਰ ਮੀਨਾਰ ਵੇਖਿਆ ਤੇ ਗੋਲਕੋਂਡਾ ਫੋਰਟ ਵੇਖਿਆ। This year I visited Agra and was very happy to see the Taj Mahal। ਇਸ ਸਾਲ ਮੈਂ ਬਹੁਤ ਖੁਸ਼ ਹੋਈ ਕਿੱਥੇ ਜਾ ਕੇ? ਆਗਰਾ ਜਾ ਕੇ ਤੇ ਤਾਜ ਮਹਿਲ ਨੂੰ ਵੇਖ ਕੇ, ਠੀਕ ਹੈ। Every time I visit a new place I make new friends। ਜਦੋਂ ਵੀ ਮੈਂ ਕੋਈ ਨਵੀਂ ਜਗ੍ਹਾ ਵਿਜ਼ਿਟ ਕਰਦੀ ਹਾਂ, ਮੈਂ ਉੱਥੇ ਨਵੇਂ ਦੋਸਤ ਬਣਾ ਲੈਂਦੀ ਹਾਂ। Which place do you think I should visit next year? ਹੁਣ ਤੁਸੀਂ ਦੱਸੋ ਕਿ ਮੈਂ next year ਕਿਹੜੀ place visit ਕਰਾਂ। नेक्स्ट करैक्टर आ रहा है सिमरन। माई नेम इज सिमरन। सिमरन कहती है कि मेरा नाम सिमरन है। नाइस टू मीट यू ऑल। तुहानू सब नू मिलकर बहुत चंगा लग गया। आई एम वेरी कीन ऑन लर्निंग न्यू थिंग्स। मैनू भी नवी चीज़ां लर्न करना बहुत चंगा लगता है। माई साइंस टीचर ऑलवेज इनकरेजेस मी टू रीड मोर बुक्स। मेरी साइंस की टीचर मैनू हमेशा प्रोत्साहित करती है कि मैं ज़्यादा तो ज़्यादा किताबां पढ़िया करा। She says asking questions is the beginning of scientific inquiry। वो कह रही है कि जो तुसी किसी चीज ਨੂੰ ਲੈ ਕੇ क्वेश्चंस ਪੁੱਛਦੇ ਹੋ, ਇਹਦਾ ਮਤਲਬ ਤੁਸੀਂ you are beginning, ਤੁਸੀਂ ਸ਼ੁਰੂਆਤ ਕਰ ਰਹੇ ਹੋ ਇਨਕੁਆਇਰੀ ਕਰਨ ਦੀ ਸਾਇੰਟਿਫਿਕ ਵੇ ਨਾਲ, which is good। ਮਤਲਬ ਕਿ ਜੇ ਤੁਸੀਂ ਕਿਸ ਚੀਜ਼ ਦੇ ਡਾਊਟਸ ਕਲੀਅਰ ਕਰਨ ਨੂੰ क्वेश्चंस ਪੁੱਛਦੇ ਹੋ ਆਪਣੇ ਟੀਚਰਸ ਨੂੰ, ਇਟ ਇਜ਼ ਅ ਗੁੱਡ ਥਿੰਗ। ਤੁਸੀਂ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਨੂੰ ਡਾਊਟਸ ਆ ਰਹੇ ਨੇ, ਤੁਸੀਂ ਟੀਚਰ ਨੂੰ ਪੁੱਛਦੇ ਪਏ ਹੋ। ਲਾਸਟ ਵੀਕ I read a book called Discovered Questions। पिछले हफ्ते मैं एक किताब पढ़ी सी जिदा नाम से डिस्कवर्ड क्वेश्चंस एंड फाउंड इट वेरी इंफॉर्मेटिव एंड इंटरेस्टिंग। ते मैनू ਇਹ बहुत ही इंटरेस्टिंग लगी ते ਇਹਦੇ ਵਿੱਚ काफी इंफॉर्मेशन सीगी, इसलिए I found it very informative। Can you tell me why rain falls in drops? ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਜਿਹੜੇ ਰੇਨ ਹੁੰਦੀ ਹੈ ਬੂੰਦਾਂ ਦੇ ਫਾਰਮ 'ਚ ਕਿਉਂ ਬੂੰਦਾਬਾਂਦੀ ਕਿਉਂ ਹੁੰਦੀ ਹੈ? ਡ੍ਰੌਪਸ ਹੀ ਕਿਉਂ ਡਿੱਗਦੇ, ਇਕੱਠਾ ਪਾਣੀ ਕਿਉਂ ਨਹੀਂ ਡਿੱਗਦਾ? I found the answer in that book। ਮੈਨੂੰ ਉਹ ਆਨਸਰ ਉਸ ਬੁੱਕ ਵਿੱਚ ਮਿਲਿਆ। ਇਹ ਕੌਣ ਕਹਿ ਰਹੀ ਹੈ? ਸਿਮਰਨ ਕਹਿ ਰਹੀ ਹੈ। Next is Rajan। Hi friends, I am Rajan। Hi ਦੋਸਤੋ, ਮੈਂ ਰਾਜਨ ਹਾਂ। I am fond of sports and games। ਮੈਨੂੰ ਕਿੱਦਾਂ ਸ਼ੌਂਕ ਹੈ ਸਪੋਰਟਸ ਖੇਡਣ ਦਾ ਤੇ ਗੇਮਸ ਖੇਡਣ ਦਾ। I am passionate about playing football। ਤੇ ਸਭ ਤੋਂ ਜ਼ਿਆਦਾ ਪੈਸ਼ਨੇਟ ਕਿੱਦਾਂ ਹਾਂ ਮੈਂ? ਫੁੱਟਬਾਲ ਦਾ। ਮੈਨੂੰ ਫੁੱਟਬਾਲ ਖੇਡਣਾ ਬਹੁਤ ਚੰਗਾ ਲੱਗਦਾ ਹੈ। It's my passion। It is also known as soccer। ਇਹਨੂੰ soccer ਵੀ ਕਿਹਾ ਜਾਂਦਾ ਹੈ and is played between two teams of 11 players each। ਤੇ ਦੋ ਟੀਮਾਂ ਵਿੱਚ ਖੇਡਿਆ ਜਾਂਦਾ ਹੈ ਜਿਹਦੇ ਵਿੱਚ 11 ਪਲੇਅਰਸ ਹੁੰਦੇ ਨੇ, ਦੋਨਾਂ ਵਿੱਚ 11 each side players ਹੁੰਦੇ ਨੇ। There are goalkeepers, defenders and strikers in the game। ਹੁਣ ਉਹ ਦੱਸਦਾ ਪਿਆ ਹੈ ਕਿ different players ਦੇ different roles ਨੇ। ਇੱਕ goalkeeper ਹੁੰਦੇ ਨੇ, डिफेंडर्स ਹੁੰਦੇ ਨੇ ਜੋ ਗੋਲ ਨੂੰ ਡਿਫੈਂਡ ਕਰਦੇ ਨੇ, ਸਟ੍ਰਾਈਕਰਸ ਹੁੰਦੇ ਨੇ ਜੋ who go forward to strike a goal, ਜੋ ਗੋਲ ਕਰਨ ਲਈ ਅੱਗੇ ਜਾਂਦੇ ਨੇ।
I watch all football matches. मैं सारे फुटबॉल मैच वेखदा हाँ. One day I want to play for India. एक दिन मैं भी अपने देश भारत ਲਈ ਖੇਡਣਾ ਚਾਹੁੰਦਾ ਹਾਂ. Like Benjamin भुटिया, मैं बेंजामिन भुटिया वांग एक प्लेयर बनना चाहता हाँ ते अपने इंडिया ਨੂੰ रिप्रेजेंट करना चाहता हाँ. I want to become a striker like him. मैं ਉਹਨਾਂ ਵਾਂਗ एक स्ट्राइकर बनना चाहता. स्ट्राइकर कौन है? जो ਅੱਗੇ ਵੱਧ ਕੇ गोल करता है. Next is Sahil. Hello everyone, I am Sahil. Sahil भी ਤੁਹਾਡੀ ਸੁਖਸ਼ਮ ਮੈਮ ਵਾਂਗ hello everyone ਕਹਿ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਮੈਂ ਸਾਹਿਲ ਹਾਂ. My hobby is to keep the environment green and clean. ਹੁਣ ਮੇਰੀ ਹੌਬੀ ਹੈ ਕਿ ਮੈਂ ਆਪਣੇ ਆਸ-ਪਾਸ ਆਪਣੇ এনवायरमेंट ਨੂੰ green ਤੇ ਸਾਫ ਸੁਥਰਾ ਰੱਖਣਾ ਚਾਹੁੰਦਾ ਹਾਂ. Do you know this rainy season I planted 4 sapling of trees in my school? ਕੀ ਤੁਹਾਨੂੰ ਪਤਾ ਹੈ ਕਿ ਇਸ ਵਰਸ਼ਾ ਦੀ ਰਿਤੂ ਵਿੱਚ ਮੈਂ ਆਪਣੇ ਸਕੂਲ ਵਿੱਚ 4 ਟਰੀਜ਼ ਦੇ seeds plant ਕੀਤੇ ਆ. These are jamun, neem, mango and gulmohar. ਉਹ ਚਾਰ ਕਿਹੜੇ ਨੇ? ਇੱਕ ਜਾਮੁਨ ਦਾ ਹੈ, ਇੱਕ ਨੀਮ ਦਾ ਹੈ, ਇੱਕ ਮੈਂਗੋ ਦਾ ਹੈ ਤੇ ਇੱਕ ਗੁਲਮੋਹਰ ਦਾ ਹੈ. My teacher says that we will put the names of trees next to the sapling. ਮੇਰੇ ਟੀਚਰ ਨੇ ਕਿਹਾ ਹੈ ਕਿ ਅਸੀਂ ਹਰ sapling ਦੇ ਅੱਗੇ ਉਸ ਟਰੀ ਦਾ ਨਾਮ ਦਾ ਬੋਰਡ ਅਸੀਂ ਲਾਵਾਂਗੇ. ਠੀਕ ਹੈ. Soma from my class is designing the play cards. ਸੁਣੋ ਕਹਿ ਰਿਹਾ ਹੈ ਕਿ ਸਾਡੀ ਕਲਾਸ ਇੱਕ ਸੋਮਾ ਹੈ ਜੋ ਕਾਰਡਸ ਦੇ ਉੱਪਰ ਨੇਮਸ ਕਿਵੇਂ ਲਿਖੇ ਜਾਣਗੇ ਉਹ ਡਿਜ਼ਾਈਨ ਕਰ ਰਹੀ ਹੈ. ਹਰ ਹੌਬੀ ਇਜ਼ ਡਰਾਇੰਗ ਐਂਡ ਪੇਂਟਿੰਗ. ਉਹ ਕਿਉਂ ਕਰ ਰਹੀ ਹੈ ਬੱਚਿਓ? ਕਿਉਂਕਿ ਉਹਦੀ ਹੌਬੀ ਹੈ ਡਰਾਇੰਗ ਕਰਨਾ ਤੇ ਪੇਂਟਿੰਗ ਕਰਨਾ. ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਸਾਰੇ ਡਾਇਲੌਗਸ ਕਿਨੇ ਕੀ ਬੋਲਿਆ. ਕਿਵੇਂ ਰੇਖਾ ਨੇ ਦੱਸਿਆ ਕਿ ਮੈਨੂੰ ਕਿੱਥੇ ਜਾਣਾ ਪਸੰਦ ਹੈ? ਮੈਨੂੰ ਹਿਸਟੋਰੀਕਲ ਪਲੇਸਿਸ ਜਾਣਾ ਪਸੰਦ ਹੈ. ਸਿਮਰਨ ਕਹਿ ਰਹੀ ਹੈ ਕਿ ਮੈਨੂੰ ਨਈ ਨਈ ਕਿਤਾਬਾਂ ਪੜ੍ਹਨੇ ਚੰਗੀ ਲੱਗਦੀਆਂ ਹੈ, ਨਈ ਥਿੰਗਸ ਨੂੰ ਲਰਨ ਕਰਨਾ ਚੰਗਾ ਲੱਗਦਾ ਹੈ. ਰਾਜਨ ਇਜ਼ ਪੈਸ਼ਨੇਟ ਅਬਾਊਟ ਫੁੱਟਬਾਲ ਐਂਡ ਸਾਹਿਲ ਇਜ਼ keeping his environment clean and green. Okay, now let's solve our questions. Which is common to Golconda Fort and the Taj Mahal? ਹੁਣ ਇਨ ਦੋਨਾਂ ਵਿੱਚ ਕੀ common ਸੀ ਦੱਸੋ? They are located in Agra. कि दोनों आगरा विच है? No, दोनों आगरा विच नहीं है. They are historic. They have historical value. इन्हां दी historical value है. They are the only places to visit. इकलौती जगह जिथे तुसीं जा सकदे हो. They are located in Hyderabad. कि दोनों हैदराबाद च ने. Answer 2 is your answer. कि ਇਹ ਦੋਨੋਂ historical value ਰੱਖਦੇ ਨੇ. ਇਤਿਹਾਸਿਕ value ਇਹਨਾਂ ਦੀ ਹੈਗੀਆਂ ਨੇ. ठीक है. Question number 7. What is not true for football? ਹੁਣ football ਨਾਲ related ਕਿਹੜੀ ਚੀਜ਼ true ਨਹੀਂ ਹੈ? It is also referred to as soccer. ਇਹਨੂੰ soccer ਵੀ ਕਿਹਾ ਜਾਂਦਾ ਹੈ. That's right. It is played by 11 players. ਇਹਨੂੰ 11 players ਨਾਲ ਖੇਡਿਆ ਜਾਂਦਾ ਹੈ. ਇਹ wrong ਹੋ ਸਕਦਾ because ਦੋ teams ਹੁੰਦੀਆਂ ਹੈ ਜਿਹਦੇ ਵਿੱਚ 11 players ਹੁੰਦੇ ਨੇ each side. ਪਰ ਫਿਰ ਵੀ ਅਸੀਂ third ਤੇ fourth option ਵੀ ਪੜ੍ਹ ਲੈਂਦੇ ਆ. It requires 2 teams to play. ਇਹ ਵੀ right ਹੈ. It is a game only for goalkeepers. कि सिर्फ goalkeepers ਲਈ game है. ਹੁਣ ਹੋ ਸਕਦਾ ਹੈ ਕਿ ਇੱਥੇ each side नहीं लिखा होए इसलिए option 4th is your answer because football सिर्फ goalkeepers ਲਈ नहीं ਹੁੰਦਾ है. There are 11 players. There are defenders, strikers and goalkeepers. So option 4th is not true for football. 8th, how will the sapling be identified? ਉਹਨੂੰ ਪੁੱਛ ਰਹੇ ਨੇ ਕਿ sapling ਨੂੰ ਕਿਵੇਂ ਪਛਾਣਿਆ ਜਾਏਗਾ in future. You know it very well. ਉਹਨੇ ਦੱਸਿਆ ਸੀਗਾ ਕਿ ਅਸੀਂ ਇਹਨਾਂ ਦੇ ਉਹਦੇ ਟੀਚਰ ਨੇ ਕਿਹਾ ਸੀਗਾ ਕਿ ਹਰ sapling ਦੇ ਅੱਗੇ ਅਸੀਂ ਉਹਦੇ ਨਾਂ ਦਾ ਬੋਰਡ ਲਾਵਾਂਗੇ. So the names of the trees will be put near the sapling. Option 1 is your answer. What is Soma good at? ਹੁਣ Soma is good at what? ਹੁਣ ਜੇ ਤੁਹਾਨੂੰ ਧਿਆਨ ਹੋਵੇ ਅਸੀਂ Soma ਦਾ ਕੋਈ ਡਾਇਲੌਗ ਨਹੀਂ ਪੜਿਆ but yes ਸਾਹਿਲ ਨੇ ਦੱਸਿਆ ਸੀਗਾ ਕਿ ਸੋਮਾ ਦੀ ਹੌਬੀ ਹੈ drawing and painting. This means she is good in drawing and painting. And last is question number 10th. What is common between Rekha's and Simran's hobby? ਹੁਣ ਰੇਖਾ ਤੇ ਸਿਮਰਨ ਦੀ ਹੌਬੀ ਵਿੱਚ ਕੀ common ਹੈ ਦੱਸੋ? Option 3rd is your answer. They like discovering new things and places. ਦੋਨੋਂ ਨਵੀਂ ਚੀਜ਼ਾਂ ਤੇ ਨਵੀਂ ਜਗ੍ਹਾਵਾਂ ਨੂੰ discover ਕਰਨ 'ਚ ਮਜ਼ਾ ਆਉਂਦਾ ਹੈ. ਉਹਨਾਂ ਦੀ hobbies ਹੈ. With this ਸਾਡਾ ਇਹ ਵਾਲਾ comprehension ਵੀ solve ਹੋ ਗਿਆ. Next is your poster comprehension. Look at the poster given below and answer the questions that follows. ਹੁਣ ਇਸ ਪੋਸਟਰ ਨੂੰ ਧਿਆਨ ਨਾਲ ਸਮਝੋ. ਅਕਤੂਬਰ ਦਾ ਮਹੀਨਾ ਹੈ. ਤੁਹਾਨੂੰ ਪਤਾ ਅਕਤੂਬਰ ਵਿੱਚ ਕੀ ਆਉਂਦਾ? ਸਾਡੀ ਗਾਂਧੀ ਜਯੰਤੀ ਆਉਂਦੀ ਹੈ and this is related to him only. ਇੱਥੇ ਉਹਨਾਂ ਦੀ ਫੋਟੋ ਵੀ ਬਣੀ ਹੋਈ ਹੈ. ਮਿਸ਼ਨ ਸਵੱਛ ਭਾਰਤ. ਹੁਣ ਕੀ ਮਿਸ਼ਨ ਦਾ ਨਾਮ ਹੈ? स्वच्छ भारत. भारत ਨੂੰ स्वच्छ रखना है, साफ रखना है.
पार्टिसिपेट एवरीबडी, हर कोई पार्टिसिपेट करो, भाग लो ਇਹਦੇ ਵਿੱਚ। मेक आर रेलवे ब्यूटीफुल नीट एंड टाइडी, अपनी रेलवे स्टेशंस ਨੂੰ ट्रेन्स ਨੂੰ सुंदर साफ ਤੇ ਸੋਹਣਾ ਬਣਾ ਕੇ ਰੱਖੋ। यूज द डस्टबिन, डस्टबिन ਦਾ ਪ੍ਰਯੋਗ ਕਰੋ। यूज द टॉयलेट्स, टॉयलेट्स ਨੂੰ यूज ਕਰੋ ਉੱਥੇ। यूज द स्पिटिंग पॉट्स, थुੱਕਣ ਲਈ ਉੱਥੇ ਜੋ ਪॉट्स ਬਣੇ ਹੁੰਦੇ ਨੇ ਉਹਨਾਂ ਵਿੱਚ ਥੁੱਕੋ। एंड दिस इज राइट, आई हैव सीन ਇੱਧਰ ਉੱਧਰ ਪਾਣ ਦੀਆਂ ਥੁੱਕਾਂ ਪਈਆਂ ਹੁੰਦੀਆਂ ਨੇ and it's look very dirty। ਲਾਸਟ ਇਜ਼ ਸੇਵ ਵਾਟਰ ਐਂਡ ਅਗੇਨ ਆਈ ਨੋਟਿਸ ਦਿਸ, ਤੁਸੀਂ ਵੀ ਨੋਟਿਸ ਕੀਤਾ ਹੋਏਗਾ ਕਿ ਨਲਕੇ ਹਮੇਸ਼ਾ ਓਪਨ ਨਹੀਂ ਹੁੰਦੇ, ਪਾਣੀ ਵਗ ਰਿਹਾ ਹੁੰਦਾ ਹੈ, ਵੇਸਟ ਹੋ ਰਿਹਾ ਹੁੰਦਾ ਹੈ। ਸੋ ਵੀ ਆਰ ਨॉट ਸਪੋਜ਼ਡ ਟੂ ਡੂ ਇਟ, ਅਸੀਂ ਇਹ ਨਹੀਂ ਕਰਨਾ ਹੈ, ਅਸੀਂ ਟੈਪ ਨੂੰ ਬੰਦ ਕਰਨਾ ਹੈ ਤੇ ਅਸੀਂ ਪਾਣੀ ਬਚਾਉਣਾ ਹੈ। You can be fined up to ₹500 if you throw garbage in the railway premises or in the railway compartments। ਜੇ ਤੁਸੀਂ ਗੰਦ ਪਾਉਂਦੇ ਨਜ਼ਰ ਆ ਜਾਂਦੇ ਹੋ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟ੍ਰੇਨ ਦੇ ਅੰਦਰ, ਤੁਹਾਨੂੰ 500 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। Change yourself the way you want to see the world। ਹੁਣ ਮਹਾਤਮਾ ਗਾਂਧੀ ਜੀ ਨੇ ਇੱਕ ਟਰਮ ਬੋਲੀ ਸੀ ਬਹੁਤ ਵਧੀਆ, ਉਹਨਾਂ ਨੇ ਕਿਹਾ ਸੀ ਕਿ ਚੇਂਜ yourself the way you want to see the world, ਤੁਸੀਂ ਜਿਵੇਂ ਦੂਜਿਆਂ ਨੂੰ ਵੇਖਣਾ ਚਾਹੁੰਦੇ ਹੋ ਉਹੀ ਚੇਂਜ ਪਹਿਲੇ ਆਪਣੇ ਅੰਦਰ ਲਾਓ। ਇਹਨੂੰ ਅਲੱਗ ਵਿੱਚ ਕਿਹਾ ਜਾਂਦਾ ਹੈ be the change you want to see in others, ਕਿ ਪਹਿਲੇ ਤੁਸੀਂ ਆਪਣੇ ਵਿੱਚ ਉਹ ਬਦਲਾਵ ਲਿਆਓ ਜੋ ਤੁਸੀਂ ਦੂਜੇ ਵਿੱਚ ਵੇਖਣਾ ਚਾਹੁੰਦੇ ਹੋ। ਠੀਕ ਹੈ। don't litter the railway premises and the railway compartment, again रेलवे प्रेमिसेस ਤੇ रेलवे कंपार्टमेंट ਵਿੱਚ ਗੰਦ ਨਹੀਂ ਪਾਣਾ, ਲਿਟਰ ਨਹੀਂ ਕਰਨਾ ਹੈ। throw the garbage in the dustbins only, garbage ਸਿਰਫ ਡਸਟਬਿਨ ਵਿੱਚ ਹੀ ਸੁੱਟਣੇ ਨੇ। and encourage others to do the same, ਤੇ ਦੂਜਿਆਂ ਨੂੰ ਵੀ ਪ੍ਰੋਤਸਾਹਿਤ ਕਰੋ, encourage ਕਰੋ ਕਿ ਉਹ ਵੀ ਇਹੀ ਕਰਨ। ਤੇ ਕਿੰਨੇ ਲਾਗੂ ਕੀਤਾ ਹੈ ਪੋਸਟਰ, ਨਾਰਥ ਈਸਟਰਨ ਰੇਲਵੇ ਕਲੀਨ ਇੰਡੀਆ ਹੈਲਦੀ ਇੰਡੀਆ, ਐਂਡ ਨਾਰਥ ਈਸਟਰਨ ਰੇਲਵੇਜ਼ ਨੇ ਪੋਸਟਰ सबमिट जारी किया है। ठीक है, पोस्टर समझ लग गया। Now let's solve our questions। The main purpose of the advertisement is to, ਹੁਣ main purpose ਕੀ ਸੀ advertisement ਦਾ? Option second, encourage cleanliness, cleanliness ਨੂੰ encourage ਕਰਨਾ। ਠੀਕ ਹੈ, ਕਿਉਂਕਿ ਜਿੱਥੇ ਲਿਖਿਆ ਆਪਸ਼ਨ ਆ ਰਹੇ ਨੇ encourage to save water, ਸਿਰਫ ਵਾਟਰ ਬਚਾਉਣ ਦੀ ਗੱਲ ਨਹੀਂ ਹੋ ਰਹੀ ਸੀ। talk about ਗਾਂਧੀ ਜੀ, ਕਿ ਗਾਂਧੀ ਜੀ ਨੇ ਕੀ ਕਿਹਾ, ਸਿਰਫ ਉਹੀ ਨਹੀਂ ਸੀਗਾ। collect fine from people, सिर्फ यही नहीं लिखा गया सी, ये तीनों चीज़ें किस लिए लिखिया गई सी? टू इनकरेज क्लीनलीनेस, इसलिए ऑप्शन सेकंड इज योर आंसर। व्हाट डू यू अंडरस्टैंड बाय द स्टेटमेंट चेंज योरसेल्फ द वे यू वांट टू सी द वर्ल्ड? हुण इस स्टेटमेंट तो की भाव है दसो, तुहानूं मैं समझाया सी। वर्क हार्ड टू सी द चेंज इन द वर्ल्ड, कि अपने तुसी मेहनत करो ताकि तुसी वर्ल्ड च चेंज वेख सको। चेंज इन द वर्ल्ड स्टार्ट्स फ्रॉम यू, कि चेंज तुहाडे अंदरों शुरू होंदा है, तुसी पहले खुद नूं चेंज करो, देन यू कैन चेंज अदर्स। सी द वर्ल्ड बिफोर चेंजिंग इट, हुण दुनिया वेख लो पहले चेंज होण तो। द वर्ल्ड चेंजेस इफ यू लुक एट योरसेल्फ, दुनिया बदल जाएगी जो तुसी अपने आप नूं वेखोगे। नो, ऑप्शन सेकंड इज योर आंसर। चेंज इन द वर्ल्ड स्टार्ट्स फ्रॉम यू, तुहाडे तो चेंज शुरुआत होएगी, पहले तुसी अपने चेंजेस लियाओ, फिर दूजे भी तुहानूं वेख के चेंज होणगे। You will be fined if you dash, ਤੁਹਾਨੂੰ ਫਾਈਨ ਦੇਣਾ ਪਏਗਾ ਜੇ ਤੁਸੀਂ ਕੀ ਕਰ ਰਹੇ ਹੋ, throw garbage in the railway premises। Question number 14th, a girl told her father not to throw banana skin under the seat। एक कुड़ी ने अपने पापा ਨੂੰ ਕਿਹਾ ਕਿ ਸੀਟ ਦੇ ਥੱਲੇ ਬਨਾਨਾ ਦਾ ਛਿਲਕਾ, ਕੇਲੇ ਦਾ ਛਿਲਕਾ ਨਾ ਸੁੱਟੋ। Which statement in the advertisement is applicable to the above sentence? ਹੁਣ ਕਿਹੜੀ ਸਟੇਟਮੈਂਟ ਐਡਵਰਟਾਈਜ਼ਮੈਂਟ ਚ ਦਿੱਤੀ ਗਈ ਸੀ ਜਿਹਦੇ ਬੇਸਿਸ 'ਚ ਇਹ ਲਾਈਨ ਤੁਹਾਨੂੰ ਸ਼ੋ ਕੀਤੀ ਜਾ ਰਹੀ ਹੈ ਇੱਥੇ? ਕੀ ਸੀਗਾ? throw the garbage only in the garbage bin, ਹਾਂਜੀ ਇਸੇ ਕਾਰਨ ਹੀ ਇਹ ਲਾਈਨ ਬੋਲੀ ਜਾ ਰਹੀ ਹੈ। ठीक है, लास्ट इज व्हाट इज द पर्पस ऑफ स्वच्छ भारत मिशन? ਹੁਣ ਇਹਦਾ ਪਰਪਸ ਕੀ ਹੈ, ਕਿਉਂ ਇਸ ਮਿਸ਼ਨ ਨੂੰ ਕਿਉਂ ਲਾਗੂ ਕਰਵਾਇਆ ਜਾ ਰਿਹਾ ਹੈ, ਦੱਸੋ। ਟੂ ਕੀਪ ਓਨਲੀ ਦ ਟਾਇਲਟ ਪ੍ਰਾਈਮਿਸਿਸ ਨੀਟ ਐਂਡ ਕਲੀਨ, ਸਿਰਫ ਰੇਲਵੇ ਪ੍ਰਾਈਮਿਸਿਸ, ਸੌਰੀ ਰੇਲਵੇ ਪ੍ਰਾਈਮਿਸਿਸ ਮਤਲਬ ਕਿ ਰੇਲਵੇ ਸਟੇਸ਼ਨ ਨੂੰ ਸਾਫ਼ ਕਰਨ ਲਈ ਬਸ ਕੀਤਾ ਗਿਆ ਹੈ। ਟੂ ਪੋਪੂਲਰਾਈਜ਼ ਗਾਂਧੀ ਜੀ ਥॉट, ਕਿ ਗਾਂਧੀ ਜੀ ਦੇ ਥॉट्स ਨੂੰ ਪੋਪੂਲਰ ਕਰਨ ਲਈ। ਟੂ ਬਿਲਡ ਟਾਇਲਟਸ ਆਲ ਓਵਰ ਇੰਡੀਆ, ਪੂਰੇ ਇੰਡੀਆ ਵਿੱਚ ਟਾਇਲਟਸ ਬਣਾਉਣ ਲਈ। ਕਿ ਟੂ ਮੇਕ ਇੰਡੀਆ ਕਲੀਨ, ਕਿ ਭਾਰਤ ਨੂੰ ਸਾਫ਼ ਕਰਨ ਲਈ। ਬਟ ਆਫਿਸ ਦੀ ਗੱਲ ਹੈ, ਲਿਖਿਆ ਹੈ ਸਵੱਛ ਭਾਰਤ ਅਭਿਆਨ, ਇਹਦਾ ਮਤਲਬ ਕੀ ਹੈ? ਆਪਸ਼ਨ 4th is your answer, to make India clean। With this our poster comprehension is solved। Next go to next passage, read the following passage and answer the questions। ਪੈਸੇਜ ਨੂੰ ਧਿਆਨ ਨਾਲ ਪੜੋ ਤੇ ਉਸ ਤੋਂ ਬਾਅਦ ਲਿਖੇ ਹੋਏ ਕੁਐਸਚਨਸ ਨੂੰ ਤੁਸੀਂ ਆਨਸਰ ਕਰਨਾ ਹੈ। A long time ago the magpie was the only bird that knew much about nest building। ਬਹੁਤ ਸਮੇਂ ਪਹਿਲੇ ਦੀ ਗੱਲ ਹੈ, ਇੱਕ ਬਰਡ ਸੀ ਜਿਹਦਾ ਨਾਂ ਸੀ ਮੈਗਪਾਈ। ਤਾਂ ਇੱਕ ਇਕਲੌਤਾ ਬਰਡ ਸੀ ਜਿਹਨੂੰ ਪਤਾ ਸੀ ਨੈਸਟ ਕਿਵੇਂ ਬਣਾਇਆ ਜਾਂਦਾ ਹੈ।
One day the other birds came to her. एक दिन की होया दूजे पंछी ਉਹਦੇ ਕੋਲ ਆਏ and asked her to teach them how to make nice nests. तो उन्होंने ਕਿਹਾ कि ਸਾਡੀ हेल्प करो, ਸਾਨੂੰ ਸਮਝਾਓ ਕਿ ਇੱਕ ਵਧੀਆ ਜਿਹਾ ਘੋਂਸਲਾ ਕਿਵੇਂ ਬਣਾਇਆ ਜਾਂਦਾ ਹੈ. She told them to stand in a circle. ਉਹਨੇ ਕਿਹਾ ਤੁਸੀਂ ਸਾਰੇ ਇੱਕ ਸਰਕਲ 'ਚ ਖੜੇ ਹੋ ਜਾਓ. And then she began to show them how it is done. ਤੇ ਫਿਰ ਉਹਨੇ ਉਹਨੂੰ ਸਮਝਾਉਣਾ ਸ਼ੁਰੂ ਕਰਤਾ ਹੈ ਕਿ ਨੈਸਟ ਬਣਾਇਆ ਕਿਵੇਂ ਜਾਂਦਾ ਹੈ. The first thing she did was to get some mud and made a little round cake of it. ਪਹਿਲੀ ਚੀਜ਼ ਉਹਨੇ ਕੀ ਕੀਤੀ, ਉਹਨੇ ਮਿੱਟੀ ਲਿੱਤੀ, ਮਡ ਲਿੱਤੀ ਤੇ ਉਹਨੇ ਕੀ ਕੀਤਾ, ਇੱਕ ਰਾਉਂਡ ਸ਼ੇਪ 'ਚ ਉਹਨੂੰ ਕੇਕ ਜਿਹਾ ਬਣਾਤਾ. How very easy, said the thrush. ਉਹਨਾਂ ਵਿੱਚ ਇੱਕ ਬਰਡ ਸੀ ਜਿਹਦਾ ਨਾਮ ਸੀ ਥਰਸ਼. ਉਹਨੇ ਕਿਹਾ ਤੇ ਬਹੁਤ ਈਜ਼ੀ ਹੈ. Now I know all that is to be learned about nest building. ਉਹਨੇ ਕਿਹਾ ਹੁਣ ਤੇ ਮੈਨੂੰ ਸਮਝ ਲੱਗ ਗਿਆ ਕਿ ਨੈਸਟ ਕਿਵੇਂ ਬਣੇਗਾ. ਮੈਂ ਸਮਝ ਗਈ, ਇਹ ਵੇਖ ਕੇ ਮੈਂ ਸਮਝ ਗਈ. She flew away to her home in the meadows. ਤੇ ਉਹ meadows ਵਿੱਚ ਆਪਣੇ ਘਰ ਨੂੰ ਉੜ ਕੇ ਚਲੀ ਗਈ. The magpie then took some slender twigs and laid them across and around the cake of mud. ਉਹਨੇ ਕੀ ਕੀਤਾ, ਮੈਗਪਾਈ ਨੇ ਕੀ ਕੀਤਾ, ਮੈਗਪਾਈ ਨੇ ਤੀਲੇ ਲਿੱਤੇ ਛੋਟੇ ਛੋਟੇ ਤੇ ਉਹਨੇ ਆਪਣੀ ਮੜ ਦੇ ਆਸ-ਪਾਸ ਉਹਨੂੰ ਰੱਖਣਾ ਸ਼ੁਰੂ ਕਰਤਾ. That is all I need to learn, said the blackbird flying away in great haste. ਹੁਣ ਕੀ ਹੋਇਆ, ਇੱਕ ਹੋਰ ਬਰਡ ਸੀ ਬਲੈਕ ਬਰਡ, ਜਿਨੇ ਇਹ ਵੇਖਿਆ ਕਿ ਹਾਂ ਜੀ ਕੇਕ ਬਣਾਉਣਾ ਹੈ, ਉਹਦੇ ਉੱਪਰ ਕੀ ਤੀਲੀਆਂ ਲਾ ਦੇਣੀਆਂ. ਉਹਨੇ ਕਿਹਾ ਹੁਣ ਮੈਂ ਸਮਝ ਗਿਆ ਕੀ ਕਰਨਾ ਹੈ, ਤੇ ਉਹ ਵੀ ਫਟਾਫਟ ਉੱਡ ਕੇ ਚਲਾ ਗਿਆ. Then the magpie put another layer of mud on the top of the twigs. ਹੁਣ ਮੈਗਪਾਈ ਨੇ ਕੀ ਕੀਤਾ, ਹੁਣ ਉਹਨੇ ਉਹਨਾਂ ਉੱਪਰ ਜੋ ਟਵਿਗਸ ਉਹਨੇ ਲਾਏ ਸੀਗੇ, ਜੋ ਉਹਨੇ ਤੀਲੇ ਲਾਏ ਸੀ, ਉਹਨਾਂ ਉੱਪਰ ਇੱਕ ਹੋਰ ਮਡ ਦੀ ਲੇਅਰ ਉਹਨੇ ਲਾਤੀ. Oh, cried the owl, who would need a better nest than that? ਹੁਣ ਆਉਲ ਨੇ ਕਿਹਾ, ਉਹ ਕੌਣ ਨਹੀਂ ਚਾਹੇਗਾ ਇੰਨਾ ਵਧੀਆ ਨੈਸਟ. But the magpie went on working. But magpie ਫਿਰ ਵੀ ਅੱਗੇ ਕੰਮ ਕਰੀ ਜਾ ਰਹੀ ਸੀ. After beating down the mud into the right shape, ਹੁਣ ਮਡ ਨੂੰ ਚੰਗੀ ਸ਼ੇਪ ਦੇਣ ਤੋਂ ਬਾਅਦ, she took some more twigs. ਉਹਨੇ ਹੋਰ twigs ਲਿੱਤੇ, ਹੋਰ ਤਿੱਲੀਆਂ ਲਿੱਤੀਆਂ and wound them loosely around the outside. ਤੇ ਹੁਣ ਉਹਨੇ ਬਾਹਰ ਉਹਨੂੰ loosely ਮਤਲਬ ਕਿ ਖੁੱਲੇ ਖੁੱਲੇ ਤਰੀਕੇ ਨਾਲ ਲਾਣਾ ਸ਼ੁਰੂ ਕਰਤਾ. That suits me, said the sparrow, and I will go and make the nest just like it. ਹੁਣ ਸਪੈਰੋ ਨੇ ਬੋਲਿਆ ਕਿ ਹਾਂ ਇੰਨਾ ਮੈਨੂੰ ਸੂਟ ਕਰ ਜਾਏਗਾ, ਹੁਣ ਮੈਂ ਜਾਣੀ ਹੈ ਤੇ ਆਪਣਾ ਨੈਸਟ ਬਣਾ ਲੈਣੀ ਹੈ. And sparrows are still satisfied with untidy nest made of daub of mud and few sticks thrown around them. ਮਤਲਬ ਕਿ ਸਪੈਰੋ ਸੈਟੀਸਫਾਈ ਹੋ ਜਾਂਦੀਆਂ, ਛੋਟੇ ਜਿਹੇ ਮਡ ਦਾ ਡੋ ਨਾਲ ਬਣਾਇਆ ਗਿਆ ਤੇ ਸਟਿਕਸ ਲਗਾ ਕੇ ਨੈਸਟ ਬਣ ਜਾਂਦਾ ਤੇ ਸਪੈਰੋਜ਼ are happy with it. Then the magpie brought straws and soft feathers and lined the nest with great care. ਫਿਰ ਉਸ ਤੋਂ ਬਾਅਦ ਉਹ ਛੋਟੇ ਛੋਟੇ straws ਲੈ ਕੇ ਆਈ, feathers ਲੈ ਕੇ ਆਈ ਤੇ ਬਹੁਤ ਧਿਆਨ ਨਾਲ ਉਹਨੇ ਆਪਣੇ nest ਦੇ ਆਸ-ਪਾਸ ਉਹਨੂੰ ਲਾਈਨ ਕਰਨਾ ਸ਼ੁਰੂ ਕਰਤਾ so that it would be nice place to sit in. ਹੁਣ feathers ਨਾਲੋਂ soft ਹੋ ਜਾਏਗਾ, feathers soft ਹੁੰਦੇ ਨੇ right, ਤੁਸੀਂ ਆਰਾਮ ਨਾਲ ਉੱਥੇ ਬਹਿ ਸਕਦੇ ਹੋ. And so it happened that all the birds learned something from the magpie, but not one of them had the patience to stay until she had finished her lesson. ਹੁਣ ਐਂਡ ਚ ਉਹਨੇ ਕੀ ਕੀਤਾ, ਫੈਜ਼ਸ ਨਾਲ ਉਹਨੂੰ ਪ੍ਰੋਪਰ ਬਣਾ ਲਿਆ, ਬਟ ਸਭ ਪੰਛੀਆਂ ਨੇ ਉਹਨੂੰ ਪ੍ਰੋਪਰਲੀ ਐਂਡ ਤੱਕ ਨਹੀਂ ਵੇਖਿਆ. ਸਭ ਚ ਇੰਨੀ ਪੇਸ਼ੈਂਸ ਨਹੀਂ ਸੀ ਕਿ ਉਹਨੂੰ ਐਂਡ ਤੱਕ ਵੇਖ ਸਕਦੇ. ਉਹਨਾਂ ਨੇ ਕੁਝ ਕੁਝ ਹਿੱਸਾ ਸਮਝਿਆ ਤੇ ਉਹ ਉੱਡ ਕੇ ਚਲੇ ਗਏ. The last bird that came was the turtle dove. ਹੁਣ ਜਿਹੜਾ ਆਖਰੀ ਚ ਬਰਡ ਰਹਿ ਗਿਆ ਸੀ ਉਹ ਟਰਟਲ ਡਵ ਸੀ. But she took no notice of what magpie had been doing. But ਉਹਨੇ ਕੋਈ ਧਿਆਨ ਨਹੀਂ ਦਿੱਤਾ ਕਿ ਮੈਗਪਾਈ ਕੀ ਕਰ ਰਹੀ ਹੈ. While the magpie was putting the last touches to her beautiful nest, she ended her lessons. ਹੁਣ ਮੈਗਪਾਈ ਨੇ ਆਪਣੀ ਬਿਊਟੀਫੁਲ ਨੈਸਟ ਨੂੰ ਲਾਸਟ ਟੱਚ ਦਿੱਤੇ ਤੇ ਆਪਣਾ ਲੈਸਨ ਖਤਮ ਕਰਤਾ. What's the use of trying to teach people who think they already know everything, she said. ਉਹਨੇ ਕਿਹਾ, ਮਤਲਬ ਕਿ ਮੈਗਪਾਈ ਨੇ ਆਪਣੇ ਆਪ ਨੂੰ ਕਿਹਾ ਕਿ ਉਨ ਲੋਕਾਂ ਨੂੰ ਸਿਖਾਉਣ ਦਾ ਕੀ ਫਾਇਦਾ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਪਹਿਲੇ ਸਭ ਕੁਝ ਆਉਂਦਾ ਹੈ. And that is how it happens that different kind of birds build their nest in so many different ways. ਤੇ ਇਹੀ ਤਰੀਕਾ ਹੈ ਕਿ ਹਰ ਬਰਡ ਡਿਫਰੈਂਟ ਵੇ ਨਾਲ ਆਪਣਾ ਨੈਸਟ ਬਣਾਉਂਦਾ ਹੈ. ਹਰ ਬਰਡ ਦਾ ਘੋਂਸਲਾ ਅਲੱਗ-ਅਲੱਗ ਤਰੀਕੇ ਦਾ ਹੁੰਦਾ ਹੈ. ਤੁਸੀਂ ਇਹ ਨੋਟਿਸ ਕੀਤਾ ਹੋਵੇਗਾ. The magpie never tried to teach them again, and indeed they were very well content, for each one believed that there was nothing more to be learned. ਮੈਗਪਾਈ ਨੇ ਉਸ ਤੋਂ ਬਾਅਦ ਕਦੀ ਕਿਸੇ ਨੂੰ ਨੈਸਟ ਬਣਾਉਣਾ ਨਹੀਂ ਸਿਖਾਇਆ ਤੇ ਕਿਸੇ ਨੂੰ ਕੋਈ ਫਰਕ ਵੀ ਨਹੀਂ ਪਿਆ ਕਿਉਂਕਿ ਸਭ ਨੂੰ ਲੱਗਦਾ ਸੀ ਉਹਨਾਂ ਦਾ ਨੈਸਟ ਸਭ ਤੋਂ ਬੈਸਟ ਹੈ ਤੇ ਕੁਝ ਵੀ ਲਰਨ ਕਰਨ ਦੀ ਜ਼ਰੂਰਤ ਨਹੀਂ ਹੈ. So now let's solve our questions.
What material had the magpie not used to build the nest? बहुत easy है option second sticks, ਉਹਨੇ sticks ਦਾ use नहीं ਕੀਤਾ ਸੀ। Where did the thrush reside? ਹੁਣ thrush ਜਿਹੜਾ bird ਸੀ ਉਹ ਕਿੱਥੇ reside ਕਰਦਾ ਸੀ? Option third in the meadows. What did the birds lack ਹੁਣ while trying to learn making a nest? ਹੁਣ birds ਵਿੱਚ ਕਿਸ ਚੀਜ਼ ਦੀ ਕਮੀ ਸੀ ਜਦੋਂ nest ਨੂੰ ਸਮਝ ਰਹੇ ਸੀਗੇ? Patience, ਉਹਨਾਂ 'ਚ patience ਨਹੀਂ ਸੀ। Which bird didn't take the notice of magpie's teaching? ਹੁਣ ਕਿਨੇ notice ਹੀ ਨਹੀਂ ਕੀਤਾ ਕਿ magpie ਕੀ teach ਕਰ ਰਿਹਾ ਹੈ? Option second the turtle, dove. What could be the moral of the story? ਹੁਣ story ਦਾ moral ਕੀ ਹੋਏਗਾ ਦੱਸੋ? Wait till the end in order to know everything. ਅੰਤ ਤੱਕ wait ਕਰੋ ਸਭ ਕੁਝ ਜਾਣਨ ਲਈ। Time is precious, spend it wisely. ਸਮੇਂ ਬਹੁਤ precious ਹੈ, ਧਿਆਨ ਨਾਲ ਉਹਨੂੰ spend ਕਰੋ। It's never too late to do something. ਕੁਝ ਕਰਨ ਲਈ ਕਦੇ ਵੀ ਕੁਝ late ਨਹੀਂ ਹੈ। The early bird catches the worm. ਜੋ ਪਹਿਲੇ ਕਰਦਾ ਹੈ ਉਹ ਜਲਦੀ ਕੀੜੇ ਨੂੰ ਫੜ ਲੈਂਦਾ ਹੈ bird ਨੂੰ। Option A is your answer, 1 is your answer. Wait till the end in order to know everything. Same goes here ਬੱਚਿਓ, ਜੇ ਤੁਸੀਂ ਸਭ ਕੁਝ ਸਮਝਣਾ ਚਾਹੁੰਦੇ ਹੋ ਤੁਹਾਨੂੰ ਇਸ ਵੀਡੀਓ ਨੂੰ ਐਂਡ ਤੱਕ ਵੇਖਣਾ ਪਏਗਾ। ਤੁਹਾਨੂੰ ਇਸ ਕੰਪਰੀਹੈਂਸ਼ਨ ਇੱਕ ਸਿੱਖ ਦਿੱਤੀ ਹੈ। ਤੁਸੀਂ ਜਿਹੜੀ ਵੀਡੀਓ ਸਟਾਰਟਿੰਗ 'ਚ ਬਸ ਆਨਸਰਸ ਵੇਖ ਕੇ ਚੱਲ ਜਾਂਦੇ ਹੋ, ਉਹਨਾਂ ਕੋਈ ਫਾਇਦਾ ਨਹੀਂ ਹੈ। ਐਂਡ ਤੱਕ ਵੀਡੀਓ ਨੂੰ ਵੇਖੋ, ਸਮਝੋ ਤੇ ਲਰਨ ਕਰੋ ਚੀਜ਼ਾਂ ਨੂੰ, ਠੀਕ ਹੈ। Now next is read the following passage and answer the questions. ਹੁਣ ਪੈਸੇਜ ਨੂੰ ਧਿਆਨ ਨਾਲ ਸਮਝੋ ਤੇ ਉਸ ਤੋਂ ਬਾਅਦ ਦਿੱਤੇ ਹੋਏ ਕੁਐਸਚਨਸ ਤੁਸੀਂ ਆਨਸਰ ਕਰੋ। APJ ਅਬਦੁਲ ਕਲਾਮ ਤੁਸੀਂ ਜਾਣਦੇ ਹੋ has been a great scientist of India. ਇਹ ਇੰਡੀਆ ਦੇ ਬਹੁਤ great scientist ਰਹੇ ਨੇ and apart from that you also know it very well, he was our 11th president. He also served as the 11th Indian president. Again ਜੋ ਮੈਂ ਬੋਲਿਆ ਕਿ ਉਹ ਸਾਡੇ ਭਾਰਤ ਦੇਸ਼ ਦੇ 11ਵੇਂ president ਸੀਗੇ। He was also famous as Dr. APJ Abdul Kalam. People considered him the rocket man of India. ਲੋਕੀ ਇਹਨਾਂ ਨੂੰ rocket man of India ਦੇ ਨਾਂ ਨਾਲ ਵੀ ਜਾਣਦੇ ਸੀ, ਸਮਝਦੇ ਸੀ। Dr. APJ Abdul Kalam was a significant believer of simple living, high thinking. ਹੁਣ ਡਾਕਟਰ ਅਬਦੁਲ ਕਲਾਮ ਕਿਸ ਚੀਜ਼ 'ਚ ਵਿਸ਼ਵਾਸ ਰੱਖਦੇ ਸੀ ਕਿ ਸਿੰਪਲ ਜੀਣਾ ਜਿਓ ਬਟ ਆਪਣੀ ਥਿੰਕਿੰਗ ਨੂੰ ਹਾਈ ਰੱਖੋ, ਆਪਣੀ ਸੋਚ ਨੂੰ ਉੱਚੀ ਰੱਖੋ। Sir Abdul Kalam has faced numerous problems throughout his life. ਹੁਣ ਅਬਦੁਲ ਕਲਾਮ ਜੀ ਨੂੰ ਕਾਫੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਸੀ ਆਪਣੀ ਜ਼ਿੰਦਗੀ ਵਿੱਚ। His youth was full of struggles and he wanted to become a fighter pilot. ਉਹਨਾਂ ਦੇ ਜਵਾਨੀ ਵਿੱਚ ਕਾਫੀ ਸਟਰਗਲ ਸੀਗੀ ਤੇ ਉਹ ਇੱਕ ਫਾਈਟਰ ਪਾਇਲਟ ਬਣਨਾ ਚਾਹੁੰਦੇ ਸੀ। He was firm on his hard work and commitment and he at last turned into a famous scientist of India. ਉਹਨਾਂ ਨੇ ਆਪਣੇ ਹਾਰਡ ਵਰਕ ਤੇ ਫਰਮ ਰਹੇ, ਆਪਣੇ ਕਮਿਟਮੈਂਟ ਤੇ ਫਰਮ ਰਹੇ ਤੇ ਐਂਡ ਵਿੱਚ ਉਹ ਕੀ ਬਣ ਗਏ? ਫੇਮਸ ਸਾਇੰਟਿਸਟ ਆਫ ਇੰਡੀਆ। His life is a motivation for us. ਉਹਨਾਂ ਦੀ ਲਾਈਫ ਸਾਡੇ ਲਈ ਇੱਕ ਮੋਟੀਵੇਸ਼ਨ ਦਾ ਸੋਰਸ ਹੈ। As a scientist and specialist, Sir Abdul Kalam took a shot at a few significant projects of Defence Research and Development Organization DRDO and Indian Space Research Organization ISRO. ਹੁਣ ਉਹਨਾਂ ਨੇ ਕਾਫੀ ਸਿਗਨੀਫੀਕੈਂਟ ਪ੍ਰੋਜੈਕਟ ਵਿੱਚ ਕੰਮ ਕੀਤਾ ਸੀ ਜੋ ਕਿਹਦੇ ਅੰਡਰ ਸੀ? ਸਾਡੇ ਇੰਡੀਆ ਦੇ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੇ ਅੰਡਰ ਤੇ ਇੰਡੀਅਨ ਰਿਸਰਚ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ ਅੰਡਰ। He began working with the Indian Space Research Organization in 1972. ਉਹਨਾਂ ਨੇ ISRO ਵਿੱਚ ਕੰਮ ਕਰਨਾ ਕਦੋਂ ਸ਼ੁਰੂ ਕੀਤਾ? 1972 ਵਿੱਚ। He was additionally a significant part of Pokhran second nuclear test in 1998. ਹੁਣ ਜਿਹੜਾ ਪੋਖਰਾਨ ਨਿਊਕਲੀਅਰ ਟੈਸਟ ਹੋਇਆ ਸੀ ਸੈਕਿੰਡ 1998 ਵਿੱਚ, ਉਹਨਾਂ ਨੇ ਉਸ ਦੇ ਵਿੱਚ ਕਾਫੀ ਸਿਗਨੀਫੀਕੈਂਟ ਰੋਲ ਪਲੇ ਕੀਤਾ ਸੀ। In 1980 he put the Rohini satellite close to the earth circle which caused India to be a member of international club. ਹੁਣ 1980 ਵਿੱਚ ਉਹਨਾਂ ਨੇ ਇੱਕ ਰੋਹਿਣੀ ਸੈਟੇਲਾਈਟ ਬਣਾਈ ਸੀ ਜੋ ਉਹਨਾਂ ਨੇ ਇੰਡੀਅਨ ਸਰਕਲ ਦੇ ਵਿੱਚ ਉਹਨੂੰ ਪਲੇਸ ਕੀਤਾ ਸੀ ਜਿਹਦੇ ਕਾਰਨ ਇੰਡੀਆ ਇੰਟਰਨੈਸ਼ਨਲ ਕਲੱਬ ਦਾ ਮੈਂਬਰ ਬਣ ਸਕਿਆ। He had structured the indigenous objective entering controlled rocket ਜਿਹਨੂੰ ਅਸੀਂ ਗਾਈਡਡ ਮਿਜ਼ਾਈਲਸ ਵੀ ਕਹਿੰਦੇ ਨੇ, ਉਹਨਾਂ ਨੇ ਉਹਨੂੰ ਬਣਾਇਆ, ਸਟਰਕਚਰ ਕੀਤਾ, ਠੀਕ ਹੈ। ਇਹੋ ਜਿਹੀ ਰਾਕਟਸ, ਇਹੋ ਜਿਹੀ ਮਿਜ਼ਾਈਲਸ ਜੋ ਸਾਡੀ ਗਾਈਡੈਂਸ ਤੇ ਚੱਲਦੀਆਂ ਨੇ। He is worldwide renowned as the Rocket Man of India. ਉਹਨੂੰ ਪੂਰੀ ਇੰਡੀਆ ਵਿੱਚ Rocket Man ਦੇ ਨਾਮ ਨਾਲ ਜਾਣਿਆ ਜਾਂਦਾ ਹੈ for his extraordinary work in the space science. Space science ਦੀ ਦੁਨੀਆ ਵਿੱਚ ਉਹਨਾਂ ਦਾ ਸਭ ਤੋਂ ਜ਼ਿਆਦਾ extraordinary work ਸੀਗਾ। The fruitful testing of
Agni missile and Prithvi missile was practically unthinkable without his essential support. ਹੁਣ ਜੋ ਸਾਡੀ fruitful testing ਰਹੀ ਹੈ ਅਗਨੀ ਮਿਸਾਈਲ ਤੇ ਪ੍ਰਿਥਵੀ ਮਿਸਾਈਲ ਹੈ ਉਹਨਾਂ ਦੀ practical thinking ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਸੀ। Kalam ji consistently showed Indian youth to build up their ability and use it for development of the country. ਉਹਨਾਂ ਨੇ youth ਨੂੰ ਰਾਹ ਵਿਖਾਇਆ consistently ਕਿ ਆਪਣੀ ability ਨੂੰ ਜਾਣੋ ਤੇ ਆਪਣੀ ਕੰਟਰੀ ਨੂੰ ਡਿਵੈਲਪ ਕਰਨ ਲਈ ਉਹਨੂੰ ਯੂਜ਼ ਕਰੋ। For his work in science and open government assistance, he got the Bharat Ratna and different esteemed honor of India. ਉਹਨਾਂ ਦੇ ਕੰਮ ਲਈ ਉਹਨਾਂ ਨੂੰ ਭਾਰਤ ਰਤਨ ਦਿੱਤਾ ਗਿਆ ਤੇ ਉਸ ਤੋਂ ਇਲਾਵਾ ਕਾਫੀ ਹੋਰ honor ਉਹਨਾਂ ਨੂੰ ਦਿੱਤੇ ਗਏ ਇੰਡੀਆ ਦੇ। Question number 21, Dr. APJ Abdul Kalam believed in dash. ਹੁਣ ਕਿਤੇ believe ਕਰਦੇ ਸੀ? Option third, simple living, high thinking. DRDO stands for, ਹੁਣ DRDO ਕਿਹਦੇ ਲਈ stands ਕਰਦਾ ਹੈ, ਇਹਦਾ meaning ਕੀ ਹੈ, full form ਕੀ ਹੈ? Defense Research and Development Program. 23rd, where was the nuclear testing conducted in 1998? 1998 ਵਿੱਚ ਜਿਹੜੀ nuclear testing ਹੋਈ ਸੀ ਉਹ ਕਿੱਥੇ ਹੋਈ ਸੀ? Option second, Pokhran. 24th, what does the word renowned means? Renowned ਦਾ ਕੀ meaning ਹੁੰਦਾ ਹੈ? Option A, well known, ਜਿਹਨੂੰ ਸਭ ਜਾਣਦੇ ਨੇ। Question 25th, which award did Dr. Kalam get for his work in science and government? Science ਤੇ government ਦੇ work ਵਿੱਚ ਉਹਨਾਂ ਨੂੰ ਕਿਹੜਾ award ਦਿੱਤਾ ਗਿਆ ਸੀਗਾ? Option third, ਭਾਰਤ ਰਤਨ। ਅੱਜ ਦੀ ਵੀਡੀਓ ਮੈਂ ਇੱਥੇ ਸਟਾਪ ਕਰਾਂਗੀ। I want ਕਿ ਤੁਸੀਂ ਇੱਥੋਂ ਤੱਕ ਜਿੰਨੇ ਵੀ comprehensions ਆਏ ਨੇ ਮੈਂ solve ਕੀਤੇ ਨੇ ਉਹਨੂੰ ਧਿਆਨ ਨਾਲ study ਕਰੋ, read ਕਰੋ। ਕੋਈ word ਦਾ meaning ਨਹੀਂ ਸਮਝ ਆਇਆ, ਕੋਈ line ਦਾ meaning ਸਮਝ ਨਹੀਂ ਆਇਆ ਜਾਂ ਕਿਸੇ answer ਨੂੰ ਤੁਸੀਂ ਨਹੀਂ ਸਮਝ ਪਾਏ, ਤੁਸੀਂ ਉਹਨੂੰ ਮੇਰੇ ਕਮੈਂਟ ਬਾਕਸ 'ਚ ਮੈਂਸ਼ਨ ਕਰੋ। ਮੈਂ ਤੁਹਾਨੂੰ ਆਨਸਰ ਕਰਾਂਗੀ, ਤੁਹਾਨੂੰ ਦੱਸਾਂਗੀ ਕਿ ਕੀ ਮੀਨਿੰਗ ਹੈ, ਕੀ ਉਹਦਾ ਆਨਸਰ ਬਣ ਰਿਹਾ ਹੈ, ਜਾਂ I'll try to make a new video for you ਜਿਸ 'ਚ ਮੈਂ ਤੁਹਾਡੇ ਸਾਰੇ ਡਾਊਟਸ ਕਲੀਅਰ ਕਰ ਦਾਂਗੀ। I just want ਕਿ ਤੁਸੀਂ ਚੰਗੀ ਤਰ੍ਹਾਂ ਨੈਸ ਨੂੰ ਪ੍ਰਪੇਅਰ ਕਰੋ ਬਿਕੋਜ਼ ਅਸੀਂ ਇਸ ਵਾਰ 100% ਰਿਜ਼ਲਟ ਲਿਆਣਾ ਹੈ, ਰਾਈਟ? ਤੁਸੀਂ ਚਾਹੁੰਦੇ ਹੋ ਨਾ ਕਿ ਤੁਸੀਂ ਫੁੱਲ ਸਕੋਰ ਕਰੋ। For that you need to practice, practice and practice. Students, ਫਟਾਫਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇੱਥੇ ਨੈਸ ਦੀ ਪ੍ਰਿਪਰੇਸ਼ਨ ਲਈ ਕਾਫੀ ਮਟੀਰੀਅਲ ਮਿਲ ਜਾਏਗਾ। Till then, goodbye and have a nice day.